Good morning to all of you. ਹੁਣ ਅਸੀਂ ਦੇਖਦੇ ਹਾਂ ਸਾਡਾ task 1 and task 1 is the diagram below shows how instant noodles are manufactured. ਹਾਂਜੀ ਰਜੇ ਸਾਨੂੰ ਅੱਜ ਪ੍ਰੋਸੈਸ ਚਾਰਟ ਦਿੱਤਾ ਹੋਇਆ ਜਿਹਦੇ ਵਿੱਚ 8 ਸਟੈਪਸ ਦੱਸੇ ਹੋਏ ਨੇ ਸਾਨੂੰ ਤੇ 8 ਸਟੈਪਸ ਦੇ ਵਿੱਚ ਰਜੇ ਸਾਨੂੰ ਇਨਸਟੈਂਟ ਨਿਊਡਲਸ ਦਾ ਮੈਨੂਫੈਕਚਰਿੰਗ ਦੱਸੀ ਹੋਈ ਆ ਠੀਕ ਹੈ ਜੀ ਕਿ ਕਿਵੇਂ ਅਸੀਂ ਇਨਸਟੈਂਟ ਨਿਊਡਲਸ ਨੇ ਜਿਹੜੇ ਆ ਮੈਨੂਫੈਕਚਰ ਕਰ ਸਕਦੇ ਹਾਂ ਹਾਂਜੀ ਫਸਟ ਸਟੈਪ ਇਜ਼ ਸਟੋਰੇਜ ਸਾਈਲੋਜ਼ ਹਾਂਜੀ ਰਜੇ ਜਿਨ੍ਹਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਗ੍ਰੇਨ ਵਗੈਰਾ ਜਾਂ ਫਲੋਰ ਹੋ ਗਿਆ ਇਹਨਾਂ ਦੇ ਵਿੱਚ ਸਟੋਰੇਜ ਕੀਤੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਹੁਣ ਫਲੋਰ ਹੈ ਜਿਹੜਾ ਉਹ ਲੈ ਲਿਆ ਜਾਂਦਾ ਤੇ ਮੂਵ ਕੀਤਾ ਜਾਂਦਾ ਹੈ ਮਿਕਸਰ ਕੋਲ ਮਿਕਸਿੰਗ ਮਸ਼ੀਨ ਦੇ ਕੋਲ ਮੂਵ ਕੀਤਾ ਜਾਂਦਾ ਹੈ ਇਸ ਮਸ਼ੀਨ ਦੇ ਵਿੱਚ ਰਜੇ ਵਾਟਰ ਐਂਡ ਆਇਲ ਐਡ ਕੀਤੇ ਜਾਂਦੇ ਨੇ ਠੀਕ ਹੈ ਜੀ ਫਿਰ ਇਹ ਰੋਲਰ ਦੀ ਹੈਲਪ ਦੇ ਨਾਲ ਰਜੇ ਡੋਹ ਸ਼ੀਟਸ ਬਣ ਜਾਂਦੀਆਂ ਨੇ ਡੋਹ ਸ਼ੀਟਸ ਦੇ ਵਿੱਚ ਰਜੇ ਸਾਨੂੰ ਦੱਸਿਆ ਹੋਇਆ ਜਿਵੇਂ ਅਸੀਂ ਦੇਖਦੇ ਨਹੀਂ ਜਦੋਂ ਆਪਾਂ ਪਾਣੀ ਪਾ ਕੇ ਆਟੇ ਦੇ ਵਿੱਚ ਉਹਨੂੰ ਗੁੰਨ ਲੈਂਦੇ ਆ ਉਦਾਂ ਦੇ ਡੋਹ ਸ਼ੀਟਸ ਬੋਲਿਆ ਜਾਂਦਾ ਉਹਨਾਂ ਨੂੰ ਠੀਕ ਹੈ ਜੀ ਉਹ ਬਣ ਜਾਂਦੇ ਨੇ ਫਿਰ ਰਜੇ ਕੀ ਹੁੰਦਾ ਡੋਹ ਸ਼ੀਟਸ ਆਰ ਮੇਡ ਫਰੋਮ ਦਿਸ ਮਿਕਸਚਰ ਬਾय ਦ ਪ੍ਰੋਸੈਸ ਆਫ ਰੋਲਿੰਗ ਠੀਕ ਹੈ ਰੋਲਿੰਗ ਦੇ ਨਾਲ ਇਹ ਬਣ ਜਾਂਦੀਆਂ ਨੇ ਰਜੇ ਡੋਹ ਸ਼ੀਟਸ ਫਿਰ ਇਹਨਾਂ ਨੂੰ ਰਜੇ ਸਟ੍ਰਿਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਥੀਸ ਸ਼ੀਟਸ ਆਰ ਸਟ੍ਰਿਪਡ ਇਨਟੂ ਸਮਾਲਰ ਪੀਸਿਸ ਠੀਕ ਹੈ ਰਜੇ ਜਿਵੇਂ ਦੀ ਇਹਦੀ ਸ਼ੇਪ ਹੁੰਦੀ ਹੈ ਮੈਗੀ ਵਾਲੇ ਹੁੰਦੀਆਂ ਉਵੇਂ ਦਾ ਬਣ ਜਾਂਦੀਆਂ ਨੇ ਸਮਾਲਰ ਪੀਸਸ ਦੇ ਵਿੱਚ ਹੋ ਜਾਂਦੀਆਂ ਨੇ ਫਿਰ ਕੀ ਹੁੰਦਾ ਰਜੇ they are molded using a machine to form noodles disc ਫਿਰ ਜੇ ਇਹਨਾਂ ਨੂੰ ਨਿਊਡਲ ਡਿਸਕ ਦੀ ਫਾਰਮ ਦੇ ਵਿੱਚ ਰੱਖਿਆ ਜਾਂਦਾ ਜਿਵੇਂ ਕੋਈ ਵੀ ਸ਼ੇਪ ਦੇ ਦਿੰਨੇ ਆ ਅਸੀਂ ਉਹਨਾਂ ਨੂੰ ਜਿਵੇਂ ਕਈ ਰਾਉਂਡ ਸ਼ੇਪ ਦੇ ਵਿੱਚ ਨਿਊਡਲਸ ਆਉਂਦੀਆਂ ਹੁੰਦੀਆਂ ਉੱਦਾਂ ਕੋਈ ਟ੍ਰਾਇੰਗਲ ਹੁੰਦੇ ਆ ਉੱਦਾਂ ਦੀ ਸ਼ੇਪ ਦੇ ਦਿੱਤੀ ਜਾਂਦੀ ਹੈ ਇਹਨਾਂ ਨੂੰ ਆਫਟਰ ਦੈਟ ਕੀ ਹੁੰਦਾ ਰਜੇ the noodles disc are then cooked with oil and then left to dry ਫਿਰ ਇਹਨਾਂ ਨੂੰ ਕੁੱਕ ਕਰ ਲਿਆ ਜਾਂਦਾ ਰਜੇ ਫਿਰ ਇਹਨਾਂ ਨੂੰ ਆਇਲ ਦੇ ਵਿੱਚ ਕੁੱਕ ਕਰਕੇ ਫਿਰ ਥੋੜਾ ਟਾਈਮ ਡਰਾਈ ਕਰਨ ਦੇ ਲਈ ਰੱਖਿਆ ਜਾਂਦਾ ਠੀਕ ਹੈ ਜੀ ਫਿਰ ਕੀ ਹੁੰਦਾ in the next step the dried noodles disc are put into cups along with vegetables ਜਿਹੜਾ ਮਸਾਲਾ ਵਗੈਰਾ ਉਹਦੇ ਨਾਲ ਰਜੇ ਫਿਲ ਕਰ ਦਿੰਦੇ ਨੇ ਉਹਦੇ ਨਾਲ ਆਫਟਰ ਦੈਟ ਕੀ ਹੁੰਦਾ ਰਜੇ finally cups go through the label machine ਫਿਰ ਰਜੇ ਇਹਨਾਂ ਨੂੰ ਲੇਬਲ ਮਸ਼ੀਨ ਦੇ ਰਾਹੀਂ ਗੋ ਥਰੂ ਕੀਤਾ ਜਾਂਦਾ ਜਿਹਦੇ ਵਿੱਚ ਇਹਨਾਂ ਨੂੰ ਲੇਬਲ ਕਰਕੇ ਪਲੱਸ ਸੀਲ ਕਰ ਦਿੱਤਾ ਜਾਂਦਾ ਠੀਕ ਹੈ ਜੀ ਇਹ ਸੀ ਸਾਡਾ ਟਾਸਕ 1 ਜਿਹਦੇ ਵਿੱਚ ਸਾਨੂੰ ਨਿਊਡਲਸ ਦੀ ਮੈਨੂਫੈਕਚਰਿੰਗ ਦੱਸੀ ਹੋਈ ਸੀ ਠੀਕ ਹੈ ਪ੍ਰੈਜ਼ੈਂਟ ਦੇ ਵਿੱਚ ਆਏਗਾ ਰਜੇ ਕਿਉਂਕਿ ਨਿਊਡਲਸ ਹੁਣ ਵੀ ਮੈਨੂਫੈਕਚਰ ਹੁੰਦੇ ਨੇ ਪਲੀਜ਼ ਪਾਸਟ ਦੇ ਵਿੱਚ ਨਾ ਲਿਖਿਆ ਕਰੋ ਕੋਈ ਵੀ ਪ੍ਰੋਸੈਸ ਹੋਏ ਠੀਕ ਹੈ ਓਵਰਆਲ ਦੇ ਵਿੱਚ ਓਵਰਵਿਊ ਦੇ ਵਿੱਚ ਤੁਸੀਂ ਕੋਈ ਵੀ ਰਜੇ ਜ਼ਿਆਦਾ ਲਿਖ ਸਕਦੇ ਹੋ ਕਿ ਜਿਹੜਾ ਇਹ ਪ੍ਰੋਸੈਸ ਹੈ ਇੱਥੋਂ ਸਟਾਰਟ ਹੋ ਕੇ ਸਟੋਰੇਜ ਸਾਈਲੋਜ਼ ਤੋਂ ਸਟਾਰਟ ਹੋ ਕੇ ਲੇਬਲ ਤੱਕ ਚਲੇ ਜਾਂਦਾ ਜਿੱਥੇ ਸੀਲ ਹੋਏ ਜਾਂਦੇ ਨੇ ਜਾਂ ਫਿਰ ਤੁਸੀਂ ਕੋਈ ਵੀ ਇਹ ਲਿਖ ਸਕਦੇ ਹੋ ਜਾਂ ਫਿਰ ਅਸੀਂ ਲਿਖ ਸਕਦੇ ਹੁੰਦੇ ਆ ਰਜੇ ਕਿ ਜਿਹੜੇ ਦੋ ਮੇਨ ਸਟੈਪਸ ਹੁੰਦੇ ਨੇ ਕੋਈ ਵੀ ਡੋਹ ਸਟ੍ਰਿਪਸ ਹੋ ਗਈਆਂ ਡੋਹ ਸ਼ੀਟਸ ਹੋ ਗਈਆਂ ਕਿ ਕੋਈ ਵੀ ਦੋ ਸਟੈਪ ਲੈ ਕੇ ਕਿ ਇਹਦੇ ਤੋਂ ਬਿਨਾਂ ਇਹ ਜਿਹੜਾ ਟਾਸਕ ਹੈ ਕੰਪਲੀਟ ਨਹੀਂ ਹੋ ਸਕਦਾ ਠੀਕ ਹੈ ਜੀ ਇਹ ਸੀ ਸਾਡਾ ਟਾਸਕ 1 ਐਂਡ ਟਾਸਕ 2 ਇਜ਼ some people say that advertising is extremely successful at persuading us to buy things other people think that advertising is so common that we no longer pay attention to it discuss both these views and give your own opinion ਹਾਂਜੀ ਰਜੇ ਸਾਡਾ ਜਿਹੜਾ ਟਾਸਕ 2 ਹੈ ਉਹ ਦੱਸਦਾ ਪਿਆ ਕਹਿੰਦੇ ਕੁਝ ਲੋਕ ਨੇ ਰਜੇ ਉਹ ਕਹਿੰਦੇ ਨੇ ਕਿ ਜਿਹੜੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਸਕਸੈਸ ਹੋ ਗਈਆਂ ਲੋਕਾਂ ਨੂੰ ਇੰਪ੍ਰੈਸ ਕਰਨ ਦੇ ਵਿੱਚ ਕਿ ਲੋਕ ਉਹਨਾਂ ਨੂੰ ਦੇਖ ਕੇ ਚੀਜ਼ਾਂ ਖਰੀਦਣ ਲੱਗ ਗਏ ਪਰ ਦੂਸਰੇ ਲੋਕ ਸੋਚਦੇ ਨੇ ਕਹਿੰਦੇ ਬਹੁਤ ਕਾਮਨ ਨੇ ਐਡਵਰਟਾਈਜ਼ਿੰਗ ਨੇ ਜਿਹੜੀਆਂ ਬਹੁਤ ਕਾਮਨ ਨੇ ਲੋਕੀ ਇਹਨਾਂ ਤੇ ਧਿਆਨ ਹੀ ਨਹੀਂ ਦਿੰਦੇ ਡਿਸਕਸ ਬੋਥ ਵਿਊਜ਼ ਹਾਂਜੀ ਰਜੇ ਪਹਿਲਾਂ ਅਸੀਂ ਫਸਟ ਬੀਪੀ ਦੇ ਵਿੱਚ ਲਿਖਾਂਗੇ ਕਿ ਸਕਸੈਸਫੁਲ ਨੇ ਐਡਵਰਟਾਈਜ਼ਿੰਗ ਨੇ ਜਿਹੜੀਆਂ ਐਡਵਰਟਾਈਜ਼ਮੈਂਟਸ ਨੇ ਸਕਸੈਸਫੁਲ ਨੇ ਕਿਵੇਂ ਕਿ ਲੋਕੀ ਇਹਨਾਂ ਨੂੰ ਦੇਖ ਕੇ ਚੀਜ਼ਾਂ ਖਰੀਦਦੇ ਨੇ ਬਾਏ ਕਰਦੇ ਨੇ ਪਰਚੇਜ਼ ਕਰਦੇ ਨੇ ਹਾਂਜੀ ਇਹਦੇ ਵਿੱਚ ਲਿਖਾਂਗੇ ਰਜੇ ਕਿਉਂਕਿ ਜਿਹੜੀਆਂ ਐਡਵਰਟਾਈਜ਼ਮੈਂਟਸ ਨੇ ਕੋਈ ਵੀ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਨਿਊ ਲਾਂਚ ਹੁੰਦੀ ਹੈ ਨਾ ਉਹਦੀ ਸਾਨੂੰ ਇਨਸਟੈਂਟ ਨੌਲੇਜ ਦਿੰਦੀਆਂ ਨੇ ਇਹ ਕਿ ਇਹ ਚੀਜ਼ ਲਾਂਚ ਹੋਈ ਹੈ ਇਹਦੇ ਬੈਨੀਫਿਟਸ ਨੇ ਇਹਦੇ ਡਰਾਬੈਕਸ ਨੇ ਸਾਰਾ ਕੁਝ ਦੱਸਿਆ ਜਾਂਦਾ ਵੈਰਾਈਟੀਜ਼ ਦੱਸੀਆਂ ਜਾਂਦੀਆਂ ਨੇ ਲੋਕਾਂ ਨੂੰ ਉਹਦੇ ਬਾਰੇ ਅੱਛੇ ਤਰੀਕੇ ਨੌਲੇਜ ਪ੍ਰੋਵਾਈਡ ਕੀਤੀ ਜਾਂਦੀ ਹੈ ਠੀਕ ਹੈ ਲੋਕੀ ਫਿਰ ਇਹਨਾਂ ਨੂੰ ਦੇਖਦੇ ਨੇ ਉਹਨਾਂ ਨੂੰ ਵੈਰਾਈਟੀਜ਼ ਦਾ ਪਤਾ ਲੱਗਦਾ ਹੈ ਸਾਰੇ ਪ੍ਰੋਡਕਟਸ ਦਾ ਪਤਾ ਲੱਗਦਾ ਹੈ ਸਾਰੇ ਕੈਟਾਗਰਾਈਜ਼ ਦਾ ਪਤਾ ਲੱਗਦਾ ਹੈ ਸੋ ਫਿਰ ਉਹ ਚੂਜ਼ ਕਰਕੇ ਆਪਣਾ ਕੀ ਹੈ ਜਿਹੜੀ ਕੋਈ ਵੀ ਉਹਨਾਂ ਨੇ ਚੀਜ਼ ਬਾਏ ਕਰਨੀ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਉਹ ਬਾਏ ਕਰ ਸਕਦੇ ਨੇ ਠੀਕ ਹੈ ਇੱਕ ਅਸੀਂ ਲਿਖ ਸਕਦੇ ਹਾਂ ਰਜੇ ਇਹ ਟਾਈਮ ਸੇਵਿੰਗ ਨੇ ਐਡਵਰਟਾਈਜ਼ਮੈਂਟਸ ਨੇ ਜਿਹੜੀਆਂ ਜਿਵੇਂ ਹੁਣ ਅੱਜ ਕੱਲ੍ਹ ਲੋਕਾਂ ਦੇ ਕੋਲ ਬਿਲਕੁਲ ਟਾਈਮ ਨਹੀਂ
ਉਹਨਾਂ ਦਾ ਹੈਕਟਿਕ ਸਕੈਜੂਲ ਹੈ, ਉਹਨਾਂ ਕੋਲ ਟਾਈਮ ਨਹੀਂ ਰਜੇ ਕਿ ਉਹ ਸ਼ਾਪਸ 'ਤੇ ਵਿਜ਼ਿਟ ਕਰਨ, ਫਿਰ ਜਾ ਕੇ ਉਹਨਾਂ ਦਾ ਚੈੱਕ ਕਰਨ ਸਾਰਿਆਂ ਦਾ। ਸੋ ਐਡਵਰਟੀਜ਼ਮੈਂਟ ਜੇ ਉਹਨਾਂ ਨੇ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤਾਂ ਉਹ ਪਹਿਲਾਂ ਐਡਵਰਟੀਜ਼ਮੈਂਟਸ ਦੇਖਦੇ ਨੇ, ਉਹਦੇ ਬੈਨੀਫਿਟ ਦੇਖਦੇ ਨੇ, ਤੇ ਫਿਰ ਜਸਟ ਵਿਦ ਦਾ ਵਨ ਕਲਿੱਕ ਉਹ ਚੀਜ਼ ਜਾਂ ਤਾਂ ਆਰਡਰ ਕਰ ਦਿੰਦੇ ਨੇ ਜਾਂ ਫਿਰ ਸ਼ਾਪ 'ਤੇ ਇੰਸਟੈਂਟ ਜਾ ਕੇ ਉਹਦਾ ਨੇਮ ਲੈ ਕੇ ਉਹ ਪ੍ਰੋਡਕਟ ਬਾਏ ਕਰ ਲੈਂਦੇ ਨੇ। ਠੀਕ ਹੈ, ਤੇ ਕਿਸੇ ਵੀ ਟਾਈਮ ਰਜੇ ਉਹ ਆਨਲਾਈਨ ਹੈ ਜਿਹੜਾ ਐਡਵਰਟੀਜ਼ਮੈਂਟ ਦੇਖ ਕੇ ਆਨਲਾਈਨ ਉਹ ਚੀਜ਼ਾਂ ਨੂੰ ਬਾਏ ਕਰ ਸਕਦੇ ਨੇ। ਠੀਕ ਹੈ, ਇਹ ਸੀ ਆਪਣੇ ਰੀਜ਼ਨ ਰਜੇ ਜਿਹੜੇ ਤੁਸੀਂ ਲਿਖ ਸਕਦੇ ਹੋ ਟਾਸਕ 1 ਦੇ ਵਿੱਚ। ਕੋਈ ਵੀ ਐਗਜ਼ਾਮਪਲ ਤੁਸੀਂ ਲਿਖਣੀ ਹੀ ਲਿਖਣੀ ਹੈ ਰਜੇ। ਠੀਕ ਹੈ, ਇੱਕ ਤਾਂ ਵੈਰਾਈਟੀ ਦਿੰਦੀ ਹੈ ਨੇ ਐਡਵਰਟੀਜ਼ਮੈਂਟਸ ਹੁੰਦੀਆਂ ਨੇ ਜਿਹੜੀਆਂ ਨੌਲੇਜ ਦਿੰਦੀਆਂ ਨੇ ਲੋਕਾਂ ਨੂੰ, ਤੇ ਕੀ ਹੈ ਟਾਈਮ ਸੇਵਿੰਗ ਹੁੰਦੀਆਂ ਨੇ। ਜੇ ਅਸੀਂ ਆਪੋਜ਼ਿਟ ਸਾਈਡ ਲਿਖਦੇ ਹਾਂ ਰਜੇ ਕਿ ਲੋਕੀ ਨੇ ਡੂ ਨਾਟ ਪੇ ਅਟੈਂਸ਼ਨ, ਇਹਨਾਂ ਨੂੰ ਅਟੈਂਸ਼ਨ ਹੀ ਨਹੀਂ ਦਿੰਦੇ, ਫਿਰ ਅਸੀਂ ਲਿਖ ਦਾਂਗੇ ਕਿ ਰਜੇ ਲੋਕੀ ਇਹਨਾਂ ਨੂੰ ਦੇਖਦੇ ਹੋਏ ਬੋਰ ਫੀਲ ਕਰਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਆਪਣੀ ਐਡਵਰਟੀਜ਼ਮੈਂਟ ਨੂੰ ਦੱਸਣ ਦੇ ਵੇਜ਼ ਨੇ ਉਹ ਸਾਰੇ ਸੇਮ ਹੁੰਦੇ ਨੇ। ਸੋ ਲੋਕੀ ਕੀ ਹੈ ਇਹ ਦੇਖ ਦੇਖ ਕੇ ਬੋਰ ਫੀਲ ਕਰਦੇ ਨੇ, ਰਿਪੀਟ ਚੱਲਦੀਆਂ ਨੇ ਇਹ। ਇੱਕ ਲਿਖ ਸਕਦੇ ਹਾਂ ਰਜੇ ਫੇਕ ਨਿਊਜ਼ ਹੁੰਦੀਆਂ ਨੇ, ਕਿ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਆਰਡਰ ਕਰ ਦਿੰਦੇ ਹਾਂ, ਉਹ ਸਾਨੂੰ ਆਨਲਾਈਨ ਪੈਸੇ ਮੰਗਦੇ ਨੇ, ਅਸੀਂ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰ ਦਿੰਦੇ ਹਾਂ, ਪਰ ਉਹ ਚੀਜ਼ ਆ ਜਿਹੜੀ ਸਾਡੇ ਘਰ ਆਉਂਦੀ ਨਹੀਂ। ਠੀਕ ਹੈ, ਕਿਉਂਕਿ ਸਾਨੂੰ ਉਹਨਾਂ ਦੇ ਓਨਰ ਬਾਰੇ, ਉਹ ਕੰਪਨੀ ਬਾਰੇ ਕੁਝ ਨੌਲੇਜ ਹੀ ਨਹੀਂ ਹੁੰਦੀ। ਸੋ ਕੀ ਹੈ ਫਿਰ ਇਹ ਇੱਕ ਤਾਂ ਫੇਕ ਨਿਊਜ਼ ਹੋ ਜਾਂਦੇ, ਇਟ ਕੈਨ ਬੀ ਮਨੀ ਵੇਸਟੇਜ। ਠੀਕ ਹੈ, ਇੱਕ ਸਾਡੇ ਲਈ ਇਹ ਸਾਡਾ ਮਨੀ ਦਾ ਵੇਸਟੇਜ ਹੋ ਜਾਂਦਾ। ਠੀਕ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਜੇ ਚੀਜ਼ ਆ ਜਾਂਦੀ ਹੈ ਉਹਦਾ ਸਟੱਫ ਕਿੰਨਾ ਖਰਾਬ ਹੁੰਦਾ ਆ, ਜਾਂ ਫਿਰ ਉਹ ਡਿਫਾਲਟਡ ਪੀਸ ਹੁੰਦਾ ਆ। ਠੀਕ ਹੈ, ਇੱਥੇ ਦੇयर ਆਰ ਸੋ ਮੈਨੀ, ਕਿਉਂਕਿ ਅਸੀਂ ਸਟੱਫ ਚੈੱਕ ਹੀ ਨਹੀਂ ਕੀਤਾ ਹੁੰਦਾ। ਸੋ ਬਹੁਤ ਸਾਰੀਆਂ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ, ਇਸ ਕਰਕੇ ਲੋਕੀ ਉਹਨਾਂ 'ਤੇ ਧਿਆਨ ਹੀ ਨਹੀਂ ਦਿੰਦੇ। ਇੱਕ ਲਿਖ ਸਕਦੇ ਹਾਂ ਰਜੇ ਟੈਕਨੀਕਲ ਪ੍ਰੋਬਲਮਸ ਹੋ ਸਕਦੀਆਂ ਨੇ, ਜਿਵੇਂ ਕਈ ਵਾਰ ਕੀ ਹੁੰਦਾ ਰਜੇ ਕਿ ਇਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਹੈਕਰ ਹੁੰਦੇ ਆ ਜਿਹੜੇ ਇੱਦਾਂ ਦੀ ਐਡਵਰਟੀਜ਼ਮੈਂਟਸ ਬਣਾਉਂਦੇ ਆ, ਅਤੇ ਜਦੋਂ ਅਸੀਂ ਉਹਦੇ 'ਤੇ ਕਲਿੱਕ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਜਿਹੜਾ ਸਾਡਾ ਸਾਰਾ ਡੇਟਾ ਹੁੰਦਾ ਆ, ਸਾਡੀ ਮੇਲ ਦਾ ਲਾ ਲਓ, ਸਾਡੇ ਫੋਨ ਦਾ ਸਾਰਾ ਡੇਟਾ ਜਿਹੜਾ ਚੋਰੀ ਹੋ ਜਾਂਦਾ, ਹੈਕਰ ਦੇ ਕੋਲ ਚਲੇ ਜਾਂਦਾ। ਠੀਕ ਹੈ ਜੀ, ਸੋ ਇਸ ਕਰਕੇ ਲੋਕ ਕੀ ਕਰਦੇ ਨੇ ਇਹੋ ਜਿਹੀ ਐਡਵਰਟੀਜ਼ਮੈਂਟ ਦੇਖਣ ਨੂੰ ਇਗਨੋਰ ਕਰਦੇ, ਨਿਗਲੈਕਟ ਕਰਦੇ ਨੇ, ਧਿਆਨ ਹੀ ਨਹੀਂ ਦਿੰਦੇ ਇੱਦਾਂ ਦੀ ਐਡਵਰਟੀਜ਼ਮੈਂਟਸ 'ਤੇ। ਠੀਕ ਹੈ ਜੀ, ਕਿਉਂਕਿ ਉਹਨਾਂ ਨੂੰ ਭਰੋਸਾ ਹੀ ਨਹੀਂ ਹੁੰਦਾ। ਸੋ ਇਹ ਸੀ ਰੀਜ਼ਨ ਜਿਹੜੇ ਅਸੀਂ BP2 'ਚ ਲਿਖਣੇ ਨੇ। ਤੇ ਰਜੇ ਕਨਕਲੂਜਨ ਉਹ ਤੁਹਾਡਾ ਆਪਣਾ ਹੋਏਗਾ ਕਿ ਤੁਸੀਂ ਕੀ ਸੋਚਦੇ ਹੋ ਕਿ ਲੋਕੀ ਨੇ ਜਿਹੜੇ ਉਹ ਐਡਵਰਟੀਜ਼ਮੈਂਟਸ 'ਤੇ ਧਿਆਨ ਦਿੰਦੇ ਨੇ ਜਾਂ ਫਿਰ ਇਹਨਾਂ ਨੂੰ ਇਗਨੋਰ ਕਰਦੇ ਨੇ। ਇੱਕ ਰੀਜ਼ਨ ਜੋ ਤੁਸੀਂ BPs ਦੇ ਵਿੱਚ ਲਿਖਿਆ ਉਹਨੂੰ ਲੈ ਕੇ ਪਲੱਸ ਸੋਲਿਊਸ਼ਨ ਲਿਖਣਾ ਆ ਇਨ ਕਨਕਲੂਜਨ। ਠੀਕ ਹੈ ਰਜੇ, ਇਹ ਸੀ ਸਾਡਾ ਟਾਸਕ 2 and now you can start your writing module. Thank you.